ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼। ਤੇ ਅੱਜ ਦੀ ਸਾਡੀ ਖਾਸ ਪੇਸ਼ਕਸ਼ ਹੈ ਦਿੱਲੀ ਦੀ ਸਿਆਸਤ ਦੇ ਵਿੱਚ, ਖਾਸ ਤੌਰ ਤੇ ਸਿੱਖ ਸਿਆਸਤ ਬੜਾ ਅਹਿਮ ਰੋਲ ਰੱਖਦੀ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਹੋਈਆਂ, ਨਤੀਜੇ ਸਾਹਮਣੇ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ। ਹੁਣ ਇਹ ਜਿਹੜੀ ਕਮੇਟੀ ਬਣਨੀ ਹੈ, ਕਿਹਨੂੰ ਸੇਵਾ ਮਿਲੇਗੀ, ਇਹ ਜਦੋਂ ਜਨਰਲ ਹਾਊਸ ਤੈਅ ਆਏਗਾ ਉਸ ਤੋਂ ਬਾਅਦ ਇਹ ਤਸਵੀਰ ਸਾਫ਼ ਹੋ ਜਾਏਗੀ। ਸਾਡੇ ਨਾਲ ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਤਿੰਨ ਮਹਿਮਾਨ ਨੇ। ਸਾਡੇ ਨਾਲ ਆਤਮਾ ਸਿੰਘ ਲੁਬਾਣਾ ਨੇ, ਸਾਡੇ ਨਾਲ ਭੁਪਿੰਦਰ ਸਿੰਘ ਗਿੰਨੀ ਨੇ ਤੇ ਪ੍ਰਵਿੰਦਰ ਸਿੰਘ ਲੱਕੀ ਨੇ। ਲੁਬਾਣਾ ਸਾਹਿਬ ਬਾਰੇ ਜੇਕਰ ਮੈਂ ਗੱਲ ਕਰਾਂ ਤੇ ਲੁਬਾਣਾ ਸਾਹਿਬ 1984 ਦੇ ਜਿਹੜਾ ਇਲਾਕਾ ਪੀੜਤ ਹੈ, ਜਿਹਨੂੰ ਕਿ ਦੁਨੀਆ ਦੀ ਸ਼ਾਇਦ ਇਕਲੌਤੀ ਇਹੋ ਜਿਹੀ ਉਹ ਜਗ੍ਹਾ ਜਿੱਥੇ ਕਿ 1984 ਜਿਹੜੇ ਵਿਕਟਮਸ ਨੇ ਉਹ ਰਹਿੰਦੇ ਨੇ, ਉਹਨੂੰ ਵਿਡੋ ਕਲੋਨੀ, ਸ਼ਾਇਦ ਡੈਮੋਕ੍ਰੇਸੀ ਤੇ ਸਭ ਤੋਂ ਵੱਡਾ ਜਿਹਾ ਧੱਬਾ ਹੈ। ਉੱਥੋਂ ਦੀ ਸੰਗਤ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੋਂ ਦੀ ਸੰਗਤ ਦੀ ਅਗਵਾਈ ਕਰਦੇ ਨੇ। ਭੁਪਿੰਦਰ ਗਿੰਨੀ ਨੇ ਸਾਡੇ ਨਾਲ। ਟੈਗੋਰ ਗਾਰਡਨ ਇਹਨਾਂ ਦਾ ਇਲਾਕਾ ਹੈ। ਟੈਗੋਰ ਗਾਰਡਨ ਤੋਂ ਜਿਨ੍ਹਾਂ ਨੂੰ ਇਹ ਹਰਾ ਕੇ ਆਏ, ਮਲਕਿੰਦਰ ਸਿੰਘ ਉਹਨਾਂ ਦਾ ਨਾਮ ਹੈ, ਤੇ ਇੱਕ ਬੜੀ ਵੱਡੀ ਸ਼ਖਸੀਅਤ ਆਪਣੇ ਆਪ 'ਚ ਉਹ ਕਹੇ ਜਾਂਦੇ ਸਨ। ਉਹਨਾਂ ਨੂੰ ਇਹਨਾਂ ਨੇ ਮਾਤ ਦਿੱਤੀ। ਸੰਗਤਾਂ ਨੇ ਇਹਨਾਂ ਦੀ ਜਿਹੜੀ ਕਚਹਿਰੀ 'ਚ ਗਏ ਤੇ ਸੰਗਤਾਂ ਨੇ ਇਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਸਾਡੇ ਨਾਲ ਪ੍ਰਵਿੰਦਰ ਲੱਕੀ ਨੇ। ਇਹਨਾਂ ਨੇ ਕੁਲਵੰਤ ਸਿੰਘ ਬਾਠ, ਜਿਹੜੇ ਕਿ ਬਾਠ ਸਾਹਿਬ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਪਹਿਲਾਂ ਅਕਾਲੀ ਦਲ 'ਚੋਂ ਬੀਜੇਪੀ 'ਚ ਗਏ, ਬੀਜੇਪੀ ਤੋਂ ਬਾਅਦ ਉਹਨਾਂ ਨੇ ਸਰਨਾ ਭਰਾਵਾਂ ਦਾ ਦਾਮਨ ਥਾਮ ਲਿਆ। ਤੇ ਇਹ ਕਹਾਣੀ ਚੱਲਦੀ ਰਹੀ ਕਿ ਉਹਨਾਂ ਨੂੰ ਬੜਾ ਸਾਰਾ ਸਪੋਰਟ ਸੀ, ਲੇਕਿਨ ਉਸ ਤੋਂ ਬਾਅਦ ਸੰਗਤ ਨੇ ਉਹਨਾਂ ਨੂੰ ਭਰਵਾਂ ਪਿਆਰ ਦਿੱਤਾ। ਉਹਨਾਂ ਦੀ ਜਦੋਂ ਕਚਹਿਰੀ 'ਚ ਗਏ, ਜੋ ਗੱਲਾਂ ਹੋਈਆਂ, ਉਹਨਾਂ ਨੂੰ ਸੰਗਤ ਨੇ ਪ੍ਰਵਾਨਗੀ ਦਿੱਤੀ ਹੈ। ਇਹਨਾਂ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ। ਪਹਿਲਾ ਸਵਾਗਤ ਤੇ ਇਹੋ ਹੀ ਹੈ ਕਿ ਹੁਣ ਇਹ ਜਿਹੜੀ ਜਿੱਤ ਮਿਲੀ, ਜੇ ਕੋਈ ਤੁਸੀਂ ਜਿੱਤ ਕੇ ਆਏ ਹੋ, ਇਸ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਮਾਇਨੇ ਨੇ ਇਸ ਜਿੱਤ ਦੇ? ਲੁਬਾਣਾ ਸਾਹਿਬ। ਦੇਖੋ ਜੀ, ਮੈਂ ਤੇ ਪਹਿਲੇ ਪੂਰੀ ਦਿੱਲੀ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਕਿ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇੰਨੀ ਵੱਡੀ ਜਿੱਤ ਪ੍ਰਾਪਤ ਕਰਾਈ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲੇਕਿਨ ਮੈਂ ਇਹ ਨਹੀਂ ਸੋਚਿਆ ਸੀਗਾ ਕਿ ਇਹਨਾਂ ਇਲੈਕਸ਼ਨਾਂ ਵਿੱਚ ਸਰਕਾਰ ਸਾਡੇ ਖਿਲਾਫ ਇੰਨੀ ਵੱਡੀਆਂ ਸਾਜ਼ਿਸ਼ਾਂ ਰਚਣਗੀਆਂ। ਉਹਨਾਂ ਨੇ ਮੇਰੇ ਇੱਕ ਬੂਥ ਵਿੱਚੋਂ 224 ਵਿੱਚੋਂ 200 ਵੋਟਾਂ ਮੇਰੀ ਕੈਂਸਲ ਕੀਤੀਆਂ ਇਹਨਾਂ ਨੇ, ਔਰ 24 ਵਿੱਚੋਂ ਮੈਨੂੰ 18 ਵੋਟ ਮਿਲੀ ਤੇ ਬਾਕੀਆਂ ਨੂੰ 2-2 3-3 ਵੋਟ ਮਿਲੀਆਂ। ਮਤਲਬ ਇਹ ਹਾਲਾਤ ਸੀਗਾ ਕਿ ਮੈਂ ਜਦੋਂ ਹਰ ਬੂਥ ਵਿੱਚ ਅਗਰ ਮੇਰੀ ਕੈਂਸਲ ਨਾ ਲਾਓ ਤੇ ਮੇਰੇ ਨਾਲ ਕੋਈ ਮੁਕਾਬਲਾ ਨਹੀਂ ਸੀਗਾ। ਦਿਲਚਸਪ ਗੱਲ ਹੈਗੀ ਹੈ ਕਿ ਮੈਨੂੰ ਵੀ ਨਹੀਂ ਸਮਝ ਸੀਗੀ ਕਿ ਲਾਸਟ ਵਾਲੇ 2 ਦਿਨਾਂ ਵਿੱਚ ਇਹਨਾਂ ਨੇ ਇੰਨੀ ਭਾਰੀ ਰਣਨੀਤੀ ਅਪਣਾਈ ਕਿ ਉਹਨਾਂ ਨੂੰ ਵੋਟਰ ਨੂੰ ਖਰੀਦਣ ਵਾਸਤੇ ਪੂਰਾ ਜ਼ੋਰ ਲਾਇਆ, ਉਹਨਾਂ ਨੂੰ ਪੈਸੇ ਦੇ ਕੇ ਖਰੀਦੇ। ਔਰ ਇੱਕ ਹੈਰਾਨੀ ਵਾਲੀ ਗੱਲ ਹੁਣ ਸਾਹਮਣੇ ਨਜ਼ਰ ਆ ਰਹੀ ਹੈ ਕਿ ਫਰਵਰੀ 'ਚ ਇਹਨਾਂ ਨੇ ਸਾਡੇ ਮਾਤਾਵਾਂ ਭੈਣਾਂ ਤਿਲਕ ਵਿਹਾਰ ਦੀਆਂ 200-400 ਯੂਨਿਟ ਬਿਜਲੀ ਦੇ ਬਿੱਲ ਮਾਫ ਕੀਤੇ, ਔਰ ਹੁਣ ਉਹਨਾਂ ਦੇ 154 ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਜ਼ੀਰੋ ਸੀ, ਹੁਣ ਪੂਰੇ ਕਿਦਾ 1 ਲੱਖ, ਕਿਦਾ 62,000, ਕਿਦਾ 2 ਲੱਖ ਬਿੱਲ ਆ ਗਿਆ ਹੈਗਾ। ਲੋਕਾਂ ਨੂੰ ਸਮਝ ਆ ਰਹੀ ਸੀ ਕਿ ਸਰਕਾਰ ਦੀ ਨੀਅਤ ਕੀ ਸੀਗੀ। ਸਾਨੂੰ ਸਿਰਫ ਹਰਾਉਣ ਵਾਸਤੇ ਇਹਨਾਂ ਨੇ ਇਹ ਚਾਲ ਚੱਲੀ ਹੈ ਕੇਜਰੀਵਾਲ ਸਾਹਿਬ ਨੇ, ਔਰ ਇਹ ਪੰਜਾਬ ਵਿੱਚ ਵਾਅਦਾ ਕਰਦੇ ਨੇ ਕਿ 300 ਯੂਨਿਟ ਅਸੀਂ ਫ੍ਰੀ ਦੇਵਾਂਗੇ। 10 ਜਨਵਰੀ 2017 ਵਿੱਚ ਕੇਜਰੀਵਾਲ ਸਾਹਿਬ ਤਿਲਕ ਵਿਹਾਰ ਆਏ ਸੀਗੇ। ਮੈਂ ਉਹਨਾਂ ਨੂੰ, ਮੈਂ ਉਸ ਟਾਈਮ ਸ਼ਹੀਦਗੰਜ ਗੁਰਦੁਆਰੇ ਦਾ ਪ੍ਰਧਾਨ ਵੀ ਸੀਗਾ ਤੇ ਮੈਂਬਰ ਵੀ ਸੀਗਾ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਸਾਡੇ 1984 ਦੇ ਜਿਹੜੇ ਬਿੱਲ ਨੇ ਇਹਨਾਂ ਤੋਂ ਨਾ ਲਓ, ਕਿਉਂਕਿ ਨਾ ਤੇ ਕਦੀ ਸਾਡੇ ਕੋਲ ਬੀਜੇਪੀ ਨੇ ਰਾਜ ਵਿੱਚ ਸਾਡੇ ਕੋਲ ਬਿੱਲ ਮੰਗੇ ਤੇ ਨਾ ਹੀ ਸਾਡੇ ਕੋਲ ਕਾਂਗਰਸ ਦੇ ਰਾਜ ਵਿੱਚ ਕਿਸੇ ਮੁੱਖ ਮੰਤਰੀ ਨੇ ਬਿੱਲ ਮੰਗੇ। ਸਾਰੇ ਤੋਂ ਬਿਨਾਂ ਬਿਜਲੀ ਦੇ ਬਿੱਲ ਮਾਫ ਕੀਤੇ ਹੋਏ ਆਏ ਸੀ, ਔਰ ਇਹਨਾਂ ਨੇ ਵਾਅਦਾ ਕੀਤਾ ਸੀ ਸਰਕਾਰ ਨੇ ਕਿ ਜਦੋਂ ਤੱਕ ਤੁਸੀਂ ਪੂਰੇ ਸਟੈਬਲਿਸ਼ ਨਹੀਂ ਹੋ ਜਾਓਗੇ ਤਾਂ ਤੱਕ ਤੁਹਾਡੇ ਕੋਲ ਬਿਜਲੀ ਦਾ ਬਿੱਲ ਨਹੀਂ ਲਵਾਂਗੇ। ਕੇਜਰੀਵਾਲ ਸਾਹਿਬ ਨੇ ਆ ਕੇ ਬਿਜਲੀ ਦੇ ਬਿੱਲ ਲੈਣੇ ਸ਼ੁਰੂ ਕਰਤੇ ਨੇ। ਫਿਰ ਜਦੋਂ ਇਹਨਾਂ ਨੂੰ ਮੰਗ ਕੀਤੀ ਤੇ ਕੇਜਰੀਵਾਲ ਨੇ 10 ਜਨਵਰੀ 2017 ਨੂੰ ਤਿਲਕ ਵਿਹਾਰ ਵਿੱਚ ਆ ਕੇ ਉਹਨਾਂ ਨੇ ਘੋਸ਼ਣਾ ਕੀਤੀ ਕਿ ਇਹਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਾਂਗੇ। ਹੁਣ ਇਹਨਾਂ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਰਚ ਕੇ ਤੇ ਸਾਡੇ ਲੋਕਾਂ ਤੋਂ ਉਹਨਾਂ ਨੇ 2 ਫਾੜ ਕਰਤੇ ਨੇ। ਇਹ ਪੀੜਿਤ ਨਹੀਂ ਹੈ ਜੀ, ਸਰਟੀਫਿਕੇਟ ਲਵਾਂਗੇ, ਇਹ ਕਰਾਂਗੇ। ਅਰੇ ਜਿਹੜਾ ਪਿਓ ਸ਼ਹੀਦ ਹੋ ਗਿਆ, ਹੁਣ ਉਹਦੀ ਮਾਂ ਵੀ ਗੁਜ਼ਰ ਗਈ, ਹੁਣ ਮਾਂ ਦੇ ਨਾਂ ਤੇ ਮੀਟਰ ਹੈ ਨਹੀਂ, ਬੱਚਿਆਂ ਦੇ ਨਾਂ ਤੇ ਮੀਟਰ ਆ ਗਿਆ। ਹੁਣ ਉਹਨਾਂ ਨੂੰ ਕਿੱਥੋਂ ਸਰਟੀਫਿਕੇਟ ਦੇਣਗੇ ਜੀ? ਉਹ ਕਹਿੰਦੇ ਅਸੀਂ ਬੱਚੇ ਆ, ਕਹਿੰਦਾ ਤੁਹਾਨੂੰ ਮਕਾਨ ਨਹੀਂ ਮਿਲਿਆ, ਅਸੀਂ ਬਿਜਲੀ ਦਾ ਬਿੱਲ ਮਾਫ ਨਹੀਂ ਕਰਾਂਗੇ। ਕਿੱਦਾਂ ਦੀ ਕਹਾਣੀਆਂ ਇਹ ਕਰਦਾ ਹੈ ਜਰਨੈਲ ਸਿੰਘ। ਵੱਡੀ ਸਮੱਸਿਆ ਹੈ, ਬਹੁਤ ਵੱਡੀ ਸਮੱਸਿਆ ਇਹਨਾਂ ਨੇ ਬਣਾਤੀ। ਲਾਸਟ ਦੇ 2 ਦਿਨਾਂ ਵਿੱਚ ਇਹਨਾਂ ਨੇ ਕਿਹਾ ਤੁਹਾਡੇ ਸਾਰੇ ਬਿੱਲ ਮਾਫ ਕਰਾਂਗੇ। ਅਗਰ ਮੈਂ ਜਿੱਤ ਗਿਆ ਤੇ ਉਹਨਾਂ ਦੇ ਸਾਰਿਆਂ ਦੇ ਬਿੱਲ ਮਾਫ ਕੀਤੇ ਹੋਏ ਉਹਨਾਂ ਨੇ ਵਾਪਸ ਉਹਨਾਂ ਨੂੰ ਬਿੱਲ ਭੇਜਣੇ ਸ਼ੁਰੂ ਕਰਤੇ ਨੇ, ਜੋ ਕਿ ਸ਼ਰਮਨਾਕ ਹੈ।
ਬਹੁਤ ਹੀ ਸ਼ਰਮਨਾਕ। ਜਿੰਨੀ ਮੈਂ ਇਹਦੀ ਨਿੰਦਾ ਕਰਾਂ ਉਨੀ ਘੱਟ ਹੈਗੀ ਹੈ। ਸਰਕਾਰਾਂ ਨੇ ਜਾਣਬੁੱਝ ਕੇ, ਕਾਂਗਰਸ ਨੇ ਵੀ, ਬੀਜੇਪੀ ਨੇ ਵੀ ਔਰ ਆਮ ਆਦਮੀ ਪਾਰਟੀ ਨੇ, ਤਿੰਨਾਂ ਸਰਕਾਰਾਂ ਨੇ ਸਾਡੇ ਨਾਲ ਬੜਾ ਧੋਖਾ ਕੀਤਾ ਹੈਗਾ। ਅਗਰ ਇਹ ਸਰਕਾਰਾਂ ਸਾਡੇ ਅਧਿਕਾਰੀ ਨਿਯੁਕਤ ਕੀਤੇ ਇਹਨਾਂ ਨੇ ਕਿ ਸਿੰਬਲ ਦੇ ਬਿਲਕੁਲ ਸਾਹਮਣੇ ਮੋਹਰ ਲਾਣੀ ਹੈ, ਸਿੰਬਲ ਦੇ ਸਾਹਮਣੇ ਮੋਹਰ ਲਗਾਣੀ। ਮੇਰੇ ਘਰ ਦੀਆਂ 50 ਵੋਟਾਂ ਹੈਗੀਆਂ ਨੇ ਉਸ ਬਲਾਕ ਵਿੱਚ, ਸਿਰਫ ਮੈਨੂੰ ਉੱਥੇ 18 ਵੋਟ ਪੋਲ ਹੋਈ। ਬਾਕੀ ਮੇਰੇ ਘਰ ਦੇ ਵੀ ਬੱਚਿਆਂ ਨੂੰ ਵੀ ਕਿਹਾ, ਉਹ ਕਹਿੰਦੇ ਪਾਪਾ ਮੈਂ ਤੇ ਬਿਲਕੁਲ, ਉਹਨਾਂ ਨੇ ਕਿਹਾ ਸਾਹਮਣੇ ਪਾਓ ਵੋਟ, ਮੈਂ ਤੇ ਸਾਹਮਣੇ ਪਾ ਕੇ ਆਇਆ। ਮਤਲਬ ਇਸ ਤਰ੍ਹਾਂ ਦੇ ਹਾਲਾਤ ਸੀ, ਅਸੀਂ ਸੋਚ ਹੀ ਨਹੀਂ ਸਕਦੇ ਕਿ ਇੰਨਾ ਹਾਰਡ ਇਹਨਾਂ ਨੇ ਕਿਉਂ ਬਣਾਇਆ, ਕੀ ਫਾਇਦਾ ਹੋਣਾ ਸਰਕਾਰ ਨੂੰ। ਇਜ਼ੀ ਸਿੰਪਲ, ਜਿੱਦਾਂ ਦੇ ਗੁਰਦੁਆਰੇ ਦੇ ਇਲੈਕਸ਼ਨ ਉਹਨਾਂ ਨੇ ਚਾਹੀਦੇ ਨੇ, ਜਿਹਨੂੰ ਸੰਗਤ ਪਸੰਦ ਕਰਦੀ ਹੈ ਉਹਨਾਂ ਤੇ ਛੱਡ ਦਿੰਦੇ। ਲੇਕਿਨ ਇਹੋ ਹੀ ਸਵਾਲ ਨਾ ਅੱਗੇ ਗਿੰਨੀ ਕੋਈ ਆਪਾਂ ਲੈ ਕੇ ਚੱਲਦੇ ਹਾਂ ਕਿ ਗਿੰਨੀ ਕਿਸ ਤਰੀਕੇ ਦੀ ਇਹ ਜਿੱਤ ਸੀ, ਇਸ ਜਿੱਤ ਨੂੰ ਕੀ ਸਮਝਦੇ ਹੋ? ਕਿਵੇਂ ਲੱਗਦਾ ਜਦੋਂ ਸੰਗਤ ਹੁੰਗਾਰਾ ਦਿੰਦੀ ਹੈ? ਉਸ ਕਿਹੜੇ ਮੁੱਦੇ ਸਨ ਜਿਵੇਂ ਪ੍ਰਚਾਰ ਸ਼ੁਰੂ ਹੋਇਆ ਤੇ ਪ੍ਰਚਾਰ ਸ਼ੁਰੂ ਹੋਣ ਤੋਂ ਲੈ ਕੇ ਜਿੱਤਣ ਤੱਕ? ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਇਹ ਲੋਕਾਂ ਨੇ ਇਸ ਵਾਰੀ ਕੰਮਾਂ ਨੂੰ ਸਰਾਇਆ, ਝੂਠਿਆਂ ਨੂੰ ਉਹਨਾਂ ਦਾ ਆਈਨਾ ਉਹਨਾਂ ਨੂੰ ਦਿਖਾ ਦਿੱਤਾ। ਆਪ ਜੀ ਨੂੰ ਪਤਾ ਹੋਣਾ ਪਿਛੜੇ ਕਈ ਵਾਰ ਤੋਂ ਮਲਕਿੰਦਰ ਸਿੰਘ ਜੀ ਇੱਥੋਂ ਜਿੱਤਦੇ ਆ ਰਹੇ ਸੀ। ਭਾਈ ਰਣਜੀਤ ਸਿੰਘ ਜੀ ਹਰ ਵਾਰੀ ਆਪਣੀ ਇੱਕ ਨਵੇਂ ਨਾਮ ਦੀ ਪਾਰਟੀ ਲੈ ਕੇ ਆਉਂਦੇ ਸੀ, ਉਹਦੇ ਪ੍ਰਧਾਨ ਮਲਕਿੰਦਰ ਸਿੰਘ ਜੀ ਨੂੰ ਬਣਾਉਂਦੇ ਸੀ। ਉਸ ਤੋਂ ਬਾਅਦ ਉਹਨਾਂ ਦੇ ਜਿੰਨੇ ਵੀ ਕੈਂਡੀਡੇਟ ਜਿੱਤਦੇ ਸੀ, ਇਹ ਸਾਰਿਆਂ ਨੂੰ ਪਤਾ ਹੀ ਹੈ, ਜਗ ਜ਼ਾਹਿਰ ਹੈ, ਤੇ ਉਹ ਆਪਣੇ ਕੈਂਡੀਡੇਟ ਕਿਸੇ ਨਾ ਕਿਸੇ ਪਾਰਟੀ ਨੂੰ ਵੇਚ ਕੇ ਵਾਪਸ ਪੰਜਾਬ ਚਲੇ ਜਾਂਦੇ ਸੀ। ਕੰਮ ਉਹਨਾਂ ਨੇ ਡੱਕਾ ਨਹੀਂ ਤੋੜਿਆ, ਇੱਕ ਦਿਨ ਵੀ ਉਹ ਇਲਾਕੇ 'ਚ ਨਹੀਂ ਗਏ। ਈਵਨ ਮੈਨੂੰ ਇਹ ਵੀ ਹੈਰਾਨਗੀ ਸੀ, ਇਸ ਵਾਰ ਵੀ ਅਸੀਂ ਕਈ ਇਲਾਕਿਆਂ ਵਿੱਚ ਜਾ ਰਹੇ ਸੀ, ਚਲੋ ਹਾਰ ਜਿੱਤ ਬਾਅਦ ਦੀ ਗੱਲ ਹੈ, ਲੇਕਿਨ ਲੋਕ ਇਹ ਕਹਿ ਰਹੇ ਸੀ ਕੌਣ ਮਲਕਿੰਦਰ ਸਿੰਘ, ਅਸੀਂ ਤਾਂ ਦੇਖਿਆ ਵੀ ਨਹੀਂ। ਕਈ ਲੋਕਾਂ ਨੂੰ ਪਤਾ ਵੀ ਨਹੀਂ ਸੀ, ਉਹ ਜਿਨ੍ਹਾਂ ਨੇ ਕਦੀ ਫੇਸ ਉਹਨਾਂ ਦਾ ਦੇਖਿਆ ਹੀ ਨਹੀਂ, ਸਿਰਫ ਇੱਕ ਭਾਈ ਰਣਜੀਤ ਸਿੰਘ ਦੇ ਨਾਮ ਤੇ ਉਹ ਵੋਟ ਲੈਂਦੇ ਸੀ। ਤੇ ਮੇਰਾ ਕਹਿਣਾ ਇੱਥੇ ਹੈਗਾ, ਮੇਰਾ ਮੁਕਾਬਲਾ ਮਲਕਿੰਦਰ ਸਿੰਘ ਜੀ ਨਾਲ ਵੀ ਨਹੀਂ ਹੈਗਾ ਸੀ। ਹਰ ਤਰੀਕੇ ਦੀ ਜੋ ਵੀ ਅਕਾਲ ਪੁਰਖ ਨੇ ਆਪਣੇ ਮੇਰੇ ਤੇ ਸਿਰ ਤੇ ਹੱਥ ਰੱਖ ਕੇ ਜੋ ਸੇਵਾ ਲਿੱਤੀ, ਅਸੀਂ ਉਹ ਸੇਵਾ ਕੀਤੀ। ਲੋਕਾਂ ਨੇ ਕੰਮਾਂ ਨੂੰ ਸਰਾਇਆ। ਇਹਨਾਂ ਕੋਲ ਸਿਵਾਏ ਕਿੱਚੜ ਉਛਾਲਣ ਦੇ ਕੁਛ ਨਹੀਂ ਸੀ, ਸਿਰਫ ਕਿੱਚੜ ਉਛਾਲੋ, ਸਾਹਮਣੇ ਵਾਲੇ ਨੂੰ ਕੁਛ ਵੀ ਬੋਲੀ ਜੋ ਝੂਠ ਫਰੇਬ ਇਹਨਾਂ ਨੇ ਆਪਣੇ ਵੱਲੋਂ ਹਰ ਤਰ੍ਹਾਂ ਦਾ ਝੂਠ ਮਾਰਕੀਟ ਵਿੱਚ ਇਹਨਾਂ ਨੇ ਵੀ ਫੈਲਾਇਆ ਤੇ ਮਨਜੀਤ ਜੀਕੇ ਨੇ ਵੀ ਫੈਲਾਇਆ। ਜਦ ਕਿ ਮਨਜੀਤ ਜੀਕੇ ਖੁਦ ਤੇ ਗੋਲਕ ਚੋਰ ਹੈ ਹੀ ਸੀ, ਉਹਦੇ ਕੈਂਡੀਡੇਟ ਵੀ ਠੱਗ ਹੈਗੇ ਸੀ, ਉਹਦਾ ਨਾਮ ਵੀ ਵਧੀਆ ਬੰਦੇ ਦਾ ਸੱਜਣ ਸਿੰਘ, ਸੱਜਣ ਠੱਗ, ਤੇ ਉਹ ਡਕੈਤ ਨਿਕਲੇ, ਜਿਨ੍ਹਾਂ ਦਾ ਪ੍ਰਧਾਨ ਖੁਦ ਗੋਲਕ ਚੋਰ ਹੋਏ, ਕੈਂਡੀਡੇਟ ਉਹਨਾਂ ਦੇ ਡਕੈਤ ਹੈਗੇ ਨੇ। ਮੈਂ ਸਮਝਦਾ ਉਹਨਾਂ ਨੇ, ਸੰਗਤ ਨੇ ਉਹਨਾਂ ਨੂੰ ਆਈਨਾ ਦਿਖਾਇਆ, ਸਿਰਫ 2 ਸੀਟਾਂ ਆਈਆਂ, ਤੇ ਜਿਹੜਾ ਬੜਾ ਵੱਡਾ ਆਪਣੇ ਆਪ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਵੀ ਵੱਡਾ ਉਹਨਾਂ ਦਾ ਜਨਰਲ ਸੈਕਟਰੀ, ਜਿਹੜਾ ਮੈਂ ਤਾਂ ਉਹਦਾ ਨਾਮ ਲੈਣਾ ਵੀ ਚੰਗਾ ਨਹੀਂ ਸਮਝਦਾ, ਪਰਮਿੰਦਰਪਾਲ ਦਾ, ਜਿਹੜਾ ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਪਤਾ ਨਹੀਂ ਕਿੰਨਾ ਵੱਡਾ ਗਿਆਤਾ ਹੈਗਾ, ਮੈਂ ਕਿੰਨਾ ਵਧੀਆ ਬੋਲਦਾ, ਮੈਂ ਲਿਖਦਾ, ਲੋਕਾਂ ਨੇ ਉਹਨੂੰ ਦਰਕਿਨਾਰ ਕਰਕੇ ਆਈਨਾ ਦਿਖਾਤਾ, ਬਾਹਰ ਦਾ ਰਸਤਾ ਦਿਖਾਇਆ। ਉਹਨੂੰ ਸ਼ਰਮ ਆਣੀ ਚਾਹੀਦੀ ਹੈ। ਜਦੋਂ ਟਰਾਂਸਪੋਰਟ ਦੇ ਇਲੈਕਸ਼ਨ ਲੜੇ ਸੀ ਉਹਨੂੰ 3 ਵੋਟਾਂ ਪਈਆਂ ਸੀ, ਮੋਤੀ ਨਹਿਰ ਗੁਰਦੁਆਰੇ ਦੇ ਇਲੈਕਸ਼ਨ ਲੜੇ ਸੀ, ਉਹ ਵੀ ਲੋਕਾਂ ਅੱਗੇ ਸਾਹਮਣੇ ਆ, ਹੁਣ ਵੀ 400 ਸਵਾ 400 ਵੋਟ ਉਹਨੂੰ ਪਈ। ਲੇਕਿਨ ਮੈਂ ਇਹੀ ਕਹਿੰਦਾ, ਉਹ ਵੋਟ ਵੀ ਉਹਨਾਂ ਨੇ ਸਿਰਫ ਸ਼ਰਾਬ ਦੇ ਤੇ ਪੈਸੇ ਦੇ ਦਮ ਤੇ ਲਿੱਤੀ। ਮੈਨੂੰ ਜਿੰਨੀ ਵੋਟ ਮਿਲੀ ਉਹ ਸਿਰਫ ਔਰ ਸਿਰਫ ਮੈਨੂੰ ਮੇਰੇ ਕੰਮ ਤੇ, ਸਾਡੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਦੇ ਕੰਮ ਨੂੰ, ਜਿਹੜੇ ਉਹਨਾਂ ਨੇ ਹਸਪਤਾਲਾਂ ਦੇ ਕੰਮ ਕੀਤੇ, ਡਾਇਲਿਸਿਸ ਫ੍ਰੀ ਇੱਕ ਹਸਪੀਟਲ ਬਣਾਇਆ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹੈਗੀ ਹੈ। ਉਸ ਤੋਂ ਬਾਅਦ ਉਹਨਾਂ ਨੇ ਸੀਟੀ ਸਕੈਨ, MRI, ਮਤਲਬ ਅਣਗਿਣਤ ਸੇਵਾ ਸੀ, ਉਸ ਨੂੰ ਸੰਗਤ ਨੇ ਪ੍ਰਵਾਨਗੀ ਦਿੱਤੀ, ਸੰਗਤ ਉਹਨੂੰ ਮੁੱਲ ਪਏ ਨੇ। ਬਿਲਕੁਲ ਲੱਕੀ ਭਾਜੀ, ਇਹੋ ਹੀ ਸਵਾਲ ਨਾ ਤੁਹਾਡੇ ਵੱਲ ਵੀ ਹੈਗਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਲਾਕੇ ਦੀ, ਜਿਸ ਇਲਾਕੇ ਤੋਂ ਤੁਸੀਂ ਆਉਂਦੇ ਹੋ, ਉੱਥੇ ਕੁਲਵੰਤ ਸਿੰਘ ਬਾਠ ਦੇ ਤੁਹਾਡੇ ਸਾਹਮਣੇ ਮੁਕਾਬਲੇ ਸਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਪਰਵਿੰਦਰ ਲੱਕੀ ਥੋੜੇ ਜਿਹੇ ਕਮਜ਼ੋਰ ਪੈਣਗੇ, ਲੇਕਿਨ ਜਦੋਂ ਇਹ ਨਤੀਜੇ ਨਿਕਲ ਕੇ ਸਾਹਮਣੇ ਆਏ, ਬੇਸ਼ੱਕ ਤੁਹਾਡੇ ਸਾਰਿਆਂ ਦੀ ਜਿਹੜੀ ਜਿੱਤ ਦਾ ਮਾਰਜਨ ਸੀ ਉਹ ਬਹੁਤ ਥੋੜਾ ਰਿਹਾ, ਲੇਕਿਨ ਜਿੱਤ ਹੈ। ਸੰਗਤ ਨੇ ਜੀ ਕਚਹਿਰੀ ਤੁਸੀਂ ਗਏ ਹੋ, ਤੁਹਾਨੂੰ ਸੰਗਤ ਨੇ ਪ੍ਰਵਾਨਗੀ ਦਿੱਤੀ ਹੈ। ਲੱਕੀ ਭਾਈ, ਸਵਾਲ ਤੁਹਾਡੇ ਵੱਲੋਂ ਵੀ ਇਹੋ ਹੀ ਹੈ ਕਿ ਇਸ ਜਿੱਤ ਨੂੰ ਕਿਵੇਂ ਸਮਝਦੇ ਹੋ, ਕਿਵੇਂ ਇਸ ਜਿੱਤ ਨੂੰ ਦੇਖਦੇ ਹੋ ਤੁਸੀਂ? ਇਹ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਮੈਨੂੰ ਪਹਿਲੇ ਸ਼ੁਰੂ 'ਚ ਹੀ ਕਮਜ਼ੋਰ ਸਮਝਿਆ ਜਾ ਰਿਹਾ ਸੀ, ਕਿਉਂਕਿ ਕੈਂਡੀਡੇਟ ਮੇਰੇ ਸਾਹਮਣੇ ਹੈਵੀ ਸੀਗਾ, ਪਰ ਕੈਂਡੀਡੇਟ ਜ਼ਰੂਰ ਹੈਵੀ ਸੀਗਾ, ਪਰ ਕੈਂਡੀਡੇਟ ਦੀ ਸੋਚ ਹੈਵੀ ਨਹੀਂ ਸੀਗੀ। ਇਹ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਸੀਗਾ। ਜਿਸ ਤਰੀਕੇ ਦੇ ਨਾਲ ਕੈਂਡੀਡੇਟ ਨੇ ਪਹਿਲੇ ਉਹਨਾਂ ਨੇ ਜੋ ਵੀ ਆਪਣਾ ਡਿਸੀਜਨ ਲਿਆ, ਪਹਿਲੇ ਬੀਜੇਪੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਲੜਿਆ, ਉਸ ਟਾਈਮ ਉਹਨਾਂ ਨੇ ਫਿਰ ਬੀਜੇਪੀ ਜੁਆਇਨ ਕੀਤੀ, ਨਿਗਮ ਪਾਰਸ਼ਦ ਦਾ ਇਲੈਕਸ਼ਨ ਲੜਿਆ, ਫਿਰ ਬੀਜੇਪੀ ਛੱਡ ਕੇ ਫਿਰ ਅਕਾਲੀ ਦਲ ਜੁਆਇਨ ਕੀਤਾ, ਅਕਾਲੀ ਦਲ ਵਿੱਚ ਵਾਈਸ ਪ੍ਰੈਜ਼ੀਡੈਂਟ ਬਣੇ, ਫਿਰ ਅਕਾਲੀ ਦਲ ਛੱਡ ਕੇ ਜਦੋਂ ਅਕਾਲੀ ਦਲ ਨੇ ਸਾਥ ਛੱਡਿਆ ਬੀਜੇਪੀ ਦਾ, ਫਿਰ ਬੀਜੇਪੀ ਜੁਆਇਨ ਕਰ ਲਈ। ਉਹਨਾਂ ਨੇ ਕਦੀ ਆਪਣਾ ਸਟੈਂਡ ਨਹੀਂ ਦਿਖਾਇਆ। ਸੰਗਤ ਨੂੰ ਜਿਸ ਟਾਈਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਲੋੜ ਸੀ,
ਕੋਰੋਨਾ ਦੇ ਟਾਈਮ ਦੇ ਅੰਦਰ, ਉਸ ਟਾਈਮ ਉਹ ਮੈਂਬਰ ਇਲਾਕੇ ਦੇ ਵਿੱਚ ਉਹਨਾਂ ਨੂੰ ਨਹੀਂ ਮਿਲਿਆ। ਜਿਸ ਟਾਈਮ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੇ ਅੰਦਰ ਕੰਮ ਕਰ ਰਹੀ ਸੀ, ਰਾਸ਼ਨ ਦੇ ਰਹੀ ਸੀ, ਹੋਰ ਕਈ ਤਰੀਕੇ ਦੀ ਸੇਵਾਵਾਂ ਸੀ, ਮੈਡੀਕਲ ਸੇਵਾਵਾਂ ਦੇ ਰਹੀ ਸੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਾਡੇ ਇਲਾਕੇ ਤੋਂ ਨਦਾਰਦ ਸੀਗਾ। ਜੋ ਬੰਦਾ ਉਹਦੇ ਗੇਟ ਤੇ ਆਪਣਾ ਮਦਦ ਵਾਸਤੇ ਪਹੁੰਚਦਾ, ਉਹਨੂੰ ਉੱਥੋਂ ਵਾਪਸ ਖਾਲੀ ਹੱਥ ਆਉਣਾ ਪਿਆ। ਔਰ ਦੂਸਰੀ ਗੱਲ ਇਹ ਹੈਗਾ ਕਿ ਉਹਨਾਂ ਨੇ ਕਦੀ ਵੀ ਆਪਣਾ ਟੀਚਾ ਸੇਵਾ ਸਮਝ ਕੇ ਨਹੀਂ ਕੀਤਾ। ਉਹਨਾਂ ਨੇ ਜਦੋਂ ਵੀ ਕੰਮ ਕੀਤਾ ਉਹ ਆਪਣੇ ਪਰਸਨਲ ਉਹਨੂੰ ਵਿਅਕਤੀਤਵ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ, ਪਰਸਨਲ ਆਪਣੀ ਰਾਜਨੀਤਿਕ ਕੈਰੀਅਰ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ, ਜਿਹਦੀ ਵਜ੍ਹਾ ਨਾਲ ਸੰਗਤ ਨੇ ਉਹਨਾਂ ਨੂੰ ਨਕਾਰਿਆ। ਫਿਲਹਾਲ ਇੱਕ ਵੇੜਾ ਛੋਟੀ ਜੀ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦਿੱਲੀ ਕਮੇਟੀ ਦੀ ਚੋਣਾਂ ਦੇ ਵਿੱਚ ਆਖਿਰ ਕਿਸ ਤਰੀਕੇ ਨਾਲ ਜਿੱਤ ਹਾਸਲ ਹੋਈ, ਅਗਲੇ ਕੀ ਟੀਚੇ ਨੇ, ਤੇ ਹੋਰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਉਹਨਾਂ ਤੇ ਚਰਚਾ ਇਹਨਾਂ ਦੇ ਨਾਲ ਅੱਗੇ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਮੇਰੇ ਨਾਲ ਤਿੰਨ ਮਹਿਮਾਨ ਜਿਹੜੇ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲ ਕਰ ਰਹੇ ਹਾਂ। ਡੀਐਸਜੀਐਮਸੀ ਦੀ ਚੋਣਾਂ ਤੋਂ ਬਾਅਦ ਹਾਲਾਤ ਕੀ ਨੇ, ਇਹਨਾਂ ਕੋਲ ਜਾਣਾਂਗੇ ਕਿ ਜਿੱਤੇ ਲੋਕ ਗਏ ਨੇ, ਲੇਕਿਨ ਜਿੱਤ ਤੋਂ ਬਾਅਦ ਹੁਣ ਇਸ ਜਿੱਤ ਦੇ ਮਾਇਨੇ ਕੀ ਨੇ। ਪਹਿਲਾਂ ਗਿੰਨੀ ਕੋ ਇੱਕ ਸਵਾਲ ਲਵਾਂਗੇ। ਗਿੰਨੀ, ਇਸ ਜਿੱਤ ਨੂੰ ਤੁਸੀਂ ਨਿੱਜੀ ਤੌਰ ਤੇ ਜਿੱਤ ਮੰਨਦੇ ਹੋ ਜਾਂ ਇਹ ਕਮੇਟੀ ਦੇ ਤੌਰ ਤੇ ਪਾਰਟੀ ਦੇ ਤੁਸੀਂ ਕੈਂਡੀਡੇਟ ਜਿੱਤ ਕੇ ਆਏ ਹੋ? ਭਾਜੀ ਮੈਂ ਤੇ ਦੋਨੋਂ ਹੀ ਮੰਨਦਾ, ਬਲਕਿ ਤਿੰਨ ਮੰਨਦਾ। ਮੇਰੇ ਤੇ ਇੱਕ ਤੇ ਅਕਾਲ ਪੁਰਖ ਦਾ ਹੱਥ ਸੀ ਮੇਰੇ ਸਿਰ ਤੇ, ਜੋ ਉਹਨਾਂ ਨੇ ਸੇਵਾਵਾਂ ਮੇਰੀਆਂ ਸਵੀਕਾਰ ਕੀਤੀਆਂ, ਜੋ ਉਹਨਾਂ ਦੇ ਹੀ ਆਸ਼ੀਰਵਾਦ ਨਾਲ ਆਪਾਂ ਕੀਤੀਆਂ, ਤੇ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ। ਮੈਂ ਪਹਿਲੇ ਵੀ ਇੱਕ ਗੱਲ ਕਿਸੇ ਅੱਗੇ ਬੋਲੀ ਸੀ ਕਿ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਹੈ, ਉਹਨਾਂ ਦੇ ਦੁੱਖ ਸੁੱਖ ਦੇਖਣੇ ਪੈਂਦੇ ਆ। ਕੋਈ ਜਦੋਂ ਤੁਹਾਨੂੰ ਜਿਤਾ ਕੇ ਲਿਆਂਦਾ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਜਦ ਤੱਕ ਤੁਸੀਂ ਉਹਨਾਂ ਦੇ ਘਰ ਦੇ ਮੈਂਬਰ, ਉਹਨਾਂ ਦੇ ਪੁੱਤਰ, ਉਹਨਾਂ ਦੇ ਦੋਸਤ ਬਣ ਕੇ ਉਹਨਾਂ ਵਿੱਚ ਨਹੀਂ ਵਿਚਰੋਗੇ, ਉਹਨਾਂ ਦੇ ਸੁੱਖ ਦੁੱਖ ਵਿੱਚ ਹੀ ਉਹਨਾਂ ਨਾਲ ਖੜੇ ਹੀ ਨਹੀਂ ਹੋਵੋਗੇ, ਤੇ ਆਪ ਜੀ ਨੂੰ ਕੌਣ ਜਾਣੇਗਾ, ਕੌਣ ਪਹਿਚਾਣੇਗਾ। ਉਹਦਾ ਜਿਹੜਾ ਸਿਲਾ ਸੀ, ਕੁਝ ਮੇਰੀਆਂ ਸੇਵਾਵਾਂ ਸੀ, ਤੇ ਹਾਂ ਵੱਡਾ ਹਿੱਸਾ ਸਾਡੀ ਪਾਰਟੀ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਸੀ, ਜੋ ਇੰਨੀਆਂ ਸੇਵਾਵਾਂ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਸਾਡੇ ਪ੍ਰਧਾਨ ਸਾਹਿਬ ਨੇ ਕੀਤੀਆਂ, ਸਾਡੇ ਜਨਰਲ ਸਕੱਤਰ ਸਾਹਿਬ ਨੇ ਕੀਤੀਆਂ, ਉਹ ਦੁਨੀਆ ਅੱਗੇ ਜਗ ਜਾਹਿਰ ਹੈ। ਹਰ ਜਗ੍ਹਾ ਉਹਨਾਂ ਨੇ ਆਵਾਜ਼ ਉਠਾਈ, ਚਾਹੇ ਉਹ ਹਿੰਦੁਸਤਾਨ ਦਾ ਮਸਲਾ ਹੋਵੇ, ਚਾਹੇ ਪਾਕਿਸਤਾਨ ਦੇ ਵਿੱਚ ਸਿੱਖ ਭਰਾਵਾਂ ਨਾਲ ਗਲਤ ਹੋ ਰਿਹਾ, ਹੁਣ ਲੇਟੈਸਟ ਹੁਣੇ ਅਫਗਾਨਿਸਤਾਨ 'ਚ ਵੀ ਆਪ ਲੋਕਾਂ ਨੇ ਦੇਖਿਆ ਜੋ ਆਵਾਜ਼ ਚੁੱਕੀ ਗਈ, ਤੇ ਹੋਰ ਵੀ ਬਾਹਰਲੇ ਮੁਲਕਾਂ 'ਚ ਵੀ, ਜਾਂ ਵੈਸਟ ਬੰਗਾਲ 'ਚ ਵੀ, ਆਪਣੀ ਇੰਡੀਆ ਵਿੱਚ ਹੀ ਤੁਸੀਂ ਦੇਖੋ ਇੱਕ ਸਿੱਖ ਨਾਲ ਜੋ ਮਾੜਾ ਹੋਇਆ। ਔਰ ਪਹਿਲੀ ਵਾਰ ਹੋਇਆ ਜਿਹੜੇ ਇੱਕ ਸਾਡੇ ਸਿੱਖ ਭਰਾ ਨਾਲ ਦਿੱਲੀ ਵਿੱਚ ਮੁਖਰਜੀ ਨਗਰ ਜਿਹੜਾ ਇੱਕ ਹਾਦਸਾ ਹੋਇਆ ਸੀ, ਦੇਖੋ ਸਾਰੇ ਪੁਲਿਸ ਵਾਲੇ ਸਸਪੈਂਡ ਕਰਾਏ। ਮਤਲਬ ਇੰਨੀਆਂ ਸੇਵਾਵਾਂ ਕਿ ਮੈਂ ਅਗਰ ਤੁਹਾਨੂੰ ਗਿਣਾਉਣਾ ਸ਼ੁਰੂ ਕਰਾਂ ਤੇ ਮੈਨੂੰ ਨਹੀਂ ਲੱਗਦਾ ਸਾਡੇ ਕੋਲ ਵਕਤ ਵੀ ਇੰਨਾ ਸਾਡੇ ਕੋਲ ਹੋਏਗਾ। ਲੇਕਿਨ ਹਾਂ, ਲੋਕੀ ਬਹੁਤ ਸਿਆਣੇ ਨੇ, ਸਮਝਦਾਰ ਨੇ, ਉਹਨਾਂ ਨੂੰ ਪਤਾ ਹੈ ਜੋ ਸਿੱਖ ਕੌਮ ਨਾਲ ਖੜੇਗਾ, ਜੋ ਸਿੱਖ ਕੌਮ ਦੀ ਆਵਾਜ਼ ਚੁੱਕੇਗਾ, ਉਹਨੂੰ ਹੀ ਸੰਗਤ ਨੇ ਸਵੀਕਾਰਿਆ, ਉਹਨੂੰ ਸੰਗਤ ਨੇ ਪ੍ਰਵਾਨਗੀ ਦਿੱਤੀ। ਬਿਲਕੁਲ ਲੱਕੀ ਭਾਈ, ਇਹੋ ਹੀ ਸਵਾਲ ਤੁਹਾਡੇ ਵੱਲ ਵੀ ਆਉਂਦਾ ਹੈ, ਕਿਉਂਕਿ ਜਦੋਂ ਤੁਸੀਂ ਆਪ ਕਹਿੰਦੇ ਹੋ ਕਿ ਸਾਰੇ ਇਹ ਕਹਿੰਦੇ ਸੀ ਕਿ ਸ਼ਾਇਦ ਲੱਕੀ ਜਿਹੜਾ ਉਹ ਇੱਕ ਕਮਜ਼ੋਰ ਕੈਂਡੀਡੇਟ ਹੋਏਗਾ, ਲੱਕੀ ਦੇ ਉੱਪਰ ਬੜਾ ਪ੍ਰੈਸ਼ਰ ਵੀ ਸੀ ਇਸ ਚੀਜ਼ ਦਾ। ਉਹਨਾਂ ਹਾਲਾਤਾਂ ਦੇ ਵਿੱਚ ਇਹ ਕਮੇਟੀ ਦੀ ਜਿੱਤ ਹੈ ਜਾਂ ਇਹ ਨਿੱਜੀ ਤੌਰ ਤੇ ਪ੍ਰਵਿੰਦਰ ਸਿੰਘ ਲੱਕੀ ਦੀ ਜਿੱਤ ਹੈ? ਨਿੱਜੀ ਤੌਰ ਤੇ ਮੈਂ ਆਪਣੇ ਪ੍ਰਧਾਨ ਸਾਹਿਬ ਦਾ, ਆਪਣੇ ਸ਼੍ਰੋਮਣੀ ਕਮੇਟੀ ਦੇ ਪਾਰਟੀ ਦੇ ਪ੍ਰਧਾਨ ਦਾ ਹਰਮੀਤ ਸਿੰਘ ਕਾਲਕਾ ਹੋਰਾਂ ਦਾ, ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਦਾ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ। ਜਿੱਤ ਐਕਚੁਅਲੀ 'ਚ ਮੇਰੀ ਜਿੱਤ ਨਹੀਂ ਹੈ। ਮੈਂ ਜ਼ਰੂਰ ਹੋ ਸਕਦਾ ਉਹਨਾਂ ਨੂੰ ਲੱਗਿਆ ਹੋਏਗਾ ਕਿ ਇੱਕ ਵਾਰ ਨੂੰ, ਕਿਉਂਕਿ ਕੁਲਵੰਤ ਸਿੰਘ ਬਾਠ ਇੱਕ ਭਾਰੀ ਭਰਕਮ ਹੈਵੀ ਕੈਂਡੀਡੇਟ ਸੀਗੇ, ਉਹਨਾਂ ਨੂੰ ਜ਼ਰੂਰ ਲੱਗਦਾ ਹੋਏਗਾ ਕਿ ਬਈ ਲੱਕੀ ਕਮਜ਼ੋਰ ਹੈ, ਪਰ ਸੰਗਤ ਕਮਜ਼ੋਰ ਨਹੀਂ ਸੀ, ਸੰਗਤ ਦੀ ਸੋਚ ਕਮਜ਼ੋਰ ਨਹੀਂ ਸੀ। ਸੇਵਾਵਾਂ ਚੱਲ ਰਹੀਆਂ ਸੀ, ਪ੍ਰਧਾਨ ਸਾਹਿਬ ਲਗਾਤਾਰ ਫੀਲਡ ਦੇ ਵਿੱਚ ਸੀ, ਅਸੀਂ ਲੋਕ ਲਗਾਤਾਰ ਫੀਲਡ ਦੇ ਵਿੱਚ ਸੀ। ਪਹਿਲੇ ਵਾਲਾ ਇਲੈਕਸ਼ਨ ਪੋਸਟਪੋਨ ਹੋਇਆ, ਉਹਨੂੰ ਵਿਚਕਾਰ ਟਾਈਮ ਮਿਲਿਆ, ਬਹੁਤ ਹੈਵੀ ਕੋਰੋਨਾ ਦੀ ਵੇਵ ਚੱਲੀ, ਉਸ ਦਰਮਿਆਨ ਵੀ ਸਾਰੀ ਟੀਮ ਫੀਲਡ ਦੇ ਵਿੱਚ ਸੀ, ਕੰਮ ਕਰ ਰਹੀ ਸੀ। ਪਰ ਜਿਹੜੇ ਬੰਦੇ ਨਜ਼ਾਰਤ ਸੀ, ਮੈਂ ਜ਼ਰੂਰ ਕਮਜ਼ੋਰ ਹੋ ਸਕਦਾ ਵਾਂ ਅਗਰ ਸਾਰੇ ਬੰਦੇ ਇਹ ਕਹਿ ਰਹੇ ਹੋਣਗੇ, ਪਰ ਸੰਗਤ ਦੀ ਸੋਚ ਕਦੀ ਵੀ ਕਮਜ਼ੋਰ ਨਹੀਂ ਹੁੰਦੀ। ਬਿਲਕੁਲ ਲਵਾਣਾ ਸਾਹਿਬ, ਇੱਕ ਸਵਾਲ ਇਹ ਵੀ ਆਉਂਦਾ ਕਿ ਹੁਣ ਤੁਸੀਂ ਲੋਕ ਜਿੱਤ ਚੁੱਕੇ ਹੋ, ਇਹ ਕਿਹਾ ਜਾ ਰਿਹਾ ਹੈ ਕਿ ਇਹ ਹੁਣ ਖਰੀਦੋ ਫਰੋਖਤ ਦਾ ਵੀ ਸਮਾਂ ਹੈ। ਕੀ ਇਹ ਗੱਲ ਸੱਚ ਹੈ? ਕੀ ਇਹ ਹੋ ਰਿਹਾ? ਦੇਖੋ ਜੀ, ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ। ਮੇਰੇ ਕੋਲ 2 ਟੀਮਾਂ ਉਹਨਾਂ ਨੇ ਭੇਜੀਆਂ। ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਮੈਂ ਸ਼ਹੀਦ ਪਰਿਵਾਰ ਦੀ ਕਲੋਨੀ ਦਾ ਨੁਮਾਇੰਦਾ ਹੈਗਾ, ਮੈਂ ਸ਼ਹੀਦ ਪਰਿਵਾਰਾਂ ਦਾ ਨਾਲ ਕਦੀ ਧੋਖਾ ਨਹੀਂ ਕਰ ਸਕਦਾ। ਔਰ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ, ਪਾਰਟੀ ਨੇ ਪਿਛਲੇ 30 ਸਾਲਾਂ ਤੋਂ ਲਗਾਤਾਰ ਮੈਂ ਉਹਨਾਂ ਦੀ ਸੇਵਾ ਕਰ ਰਿਹਾ। ਮੈਨੂੰ ਹਰ ਵਾਰੀ ਉਹਨਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈਗਾ। ਐਸੀ ਪਾਰਟੀ ਜਿਹਦੇ ਹਰ ਟਾਈਮ ਮੇਰੇ ਨਾਲ ਖੜੀ ਹੈ, ਮੈਂ ਪਾਰਟੀ ਦੇ ਸਿਰੇ ਪਿੱਟੇ ਚੁਰਾ ਨਹੀਂ ਮਾਰ ਸਕਦਾ। ਮੈਂ ਤਾਂ ਤੁਸੀਂ ਪਾਰਟੀ ਨਾਲ ਖੜੇ ਹੋ, ਬਿਲਕੁਲ ਇਮਾਨਦਾਰੀ ਨਾਲ ਅਸੀਂ ਖੜੇ ਹਾਂ, ਸਾਨੂੰ ਕੋਈ ਖਰੀਦ ਨਹੀਂ ਸਕਦਾ ਹੈਗਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਪਰਮਿੰਦਰ ਜਿਹੜਾ ਉਹਨਾਂ ਨੇ ਕੋਆਪਸ਼ਨ ਦਾ ਫਾਰਮ ਭਰਿਆ ਹੈਗਾ,
ਉਹਨੇ ਮਨਜੀਤ ਜੀਕੇ ਨੇ ਇਹ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਸੈਕੂਲਰ ਹੈਗਾ, ਲੇਕਿਨ ਮੈਂ ਹੁਣ ਇਹ ਮਨਜੀਤ ਜੀਕੇ ਦੀ ਇਮਤਿਹਾਨ ਦੀ ਘੜੀ ਹੈ ਕਿ ਉਹ ਸਰਨੇ ਨਾਲ ਕਾਂਗਰਸੀ ਨਾਲ ਜਾਏਗਾ ਜਾਂ ਇੰਡੀਪੈਂਡੈਂਟ ਆਪਣੇ 3 ਵੋਟਾਂ ਉਹਨਾਂ ਨੂੰ ਪਾਏਗਾ ਪਰਮਿੰਦਰ ਪਾਲ ਨੂੰ। ਇਹ ਉਹਦਾ ਟੈਸਟ ਹੋਏਗਾ। ਜੇ ਉਹ ਤਸਵੀਰ ਫਿਰ ਸਾਫ਼ ਹੋਏਗੀ, ਫਿਰ ਇਹ ਤਸਵੀਰ ਬਿਲਕੁਲ ਸਾਫ਼ ਤਸਵੀਰ ਸਾਫ਼ ਹੋਏਗੀ। ਹੋਏਗੀ। ਗਿੰਨੀ, ਇਹੋ ਹੀ ਸਵਾਲ ਤੁਹਾਡੇ ਵੱਲ ਵੀ ਹੈਗਾ ਕਿ ਤੁਹਾਡੇ ਵੱਲ ਪਹੁੰਚ ਹੋਈ ਕਿਸੇ ਦੀ, ਜਿਵੇਂ ਇਹ ਕਹਿ ਰਹੇ ਨੇ? ਹਾਂ ਬਿਲਕੁਲ, ਮੇਰੇ ਤੇ ਜਿੱਤਣ ਤੋਂ ਬਾਅਦ ਹੀ ਇਹਨਾਂ ਨੇ ਕਾਫੀ ਫੋਨ ਕੀਤੇ, ਮੈਨੂੰ ਲੱਗਦਾ 8 ਜਾਂ 10 ਵਾਰ ਫੋਨ ਆ ਚੁੱਕੇ, ਹੋਰ ਵੀ ਕੌਣ phone ਕਰ ਪ੍ਰਸ਼ਾਸਨ ਰਿਹਾ? ਦੇ ਤੌਰ ਤੇ ਇਹਨਾਂ ਦੀ ਸਰਨਿਆਂ ਦੇ ਬੰਦੇ ਅਲੱਗ-ਅਲੱਗ ਬੰਦਿਆਂ ਨੂੰ ਅਪਰੋਚ ਕਰ ਰਹੇ ਸੀ। ਜਿਵੇਂ ਮੇਰਾ ਬਹੁਤ ਵੱਡਾ ਸਰਕਲ ਹੈ ਦਿੱਲੀ ਵਿੱਚ, ਹਰ ਕਿਸੇ ਜਗ੍ਹਾ ਮੇਰਾ ਅੱਛਾ ਫਰੈਂਡ ਸਰਕਲ ਹੈ, ਤੇ ਕਈ ਜਗ੍ਹਾ ਤੇ ਇਹਨਾਂ ਨੂੰ ਮੂੰਹ ਦੀ ਵੀ ਖਾਣੀ ਪਈ। ਉਹਨਾਂ ਨੇ ਕਿਹਾ ਵੀ ਗਲਤ ਬੰਦੇ ਨੂੰ ਤੁਸੀਂ ਫੋਨ ਲਾ ਲਿਆ, ਅਸੀਂ ਅਜੇ ਕੋਈ ਕਰੰਸੀ ਨਹੀਂ ਬਣੀ ਜੋ ਗਿੰਨੀ ਨੂੰ ਖਰੀਦ ਸਕੇ। ਤੇ ਗਿੰਨੀ ਵੀ ਪਾਰਟੀ ਦੇ ਨਾਲ ਫਿਰ ਖੜਾ ਹੈ? ਮਤਲਬ ਪਾਰਟੀ ਨਾਲ, ਆਪਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਨਾਲ, ਸਾਡੇ ਜਨਰਲ ਸਕੱਤਰ ਕਾਲਕਾ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਤੇ ਇਹਨਾਂ ਨੂੰ ਧੁਰ ਮੱਕੇ ਤੱਕ ਛੱਡ ਕੇ ਆਵਾਂਗੇ। ਜਿਹੜੀ ਦੂਸਰੇ ਜਿੰਨੇ ਵੀ ਉਲਟ ਗੱਲਾਂ ਜਿਹੜੇ ਕਰਦੇ ਨੇ, ਇਹਨਾਂ ਨੇ ਡਰਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ, ਪ੍ਰਸ਼ਾਸਨ ਤੋਂ ਵੀ ਇਹਨਾਂ ਨੇ ਅੱਜ ਕੱਲ੍ਹ ਚ ਸਪੋਰਟ ਲਿੱਤੀ ਸੀ, ਉਹ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ, ਸਾਰਿਆਂ ਨੂੰ ਪਤਾ। ਤੇ ਲੱਕੀ ਭਾਜੀ, ਇਹ ਸਵਾਲ ਤੁਹਾਡੇ ਵੱਲ ਵੀ ਆਊਗਾ ਹੁਣ ਕਿ ਜੇ 2 ਬੰਦੇ ਤੇ ਹੋ ਗਏ ਜਿਹੜੇ ਕਹਿੰਦੇ ਪਹੁੰਚ ਹੋਈ ਹੈ, ਤੁਹਾਡੇ ਵੱਲ ਵੀ ਪਹੁੰਚ ਹੋਈ ਹੈ? ਬਿਲਕੁਲ ਜੀ, ਜਦੋਂ ਕਮੇਟੀ ਉਹਨਾਂ ਨੇ ਆਪਣੇ ਕਰਨ ਵਾਸਤੇ ਉਹਨਾਂ ਨੇ ਸਾਰਿਆਂ ਨੂੰ ਪਹੁੰਚ ਕਰਨੀ ਹੈ ਤੇ ਉਹਨਾਂ ਨੇ ਪਹੁੰਚ ਕਰਨੀ ਹੈ। ਪਰ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਕਲੀਅਰ ਕਰ ਦਵਾਂ ਕਿ ਸਾਡੇ ਸਾਰੇ ਬੰਦੇ ਮਜ਼ਬੂਤੀ ਨਾਲ ਆਪਣੇ ਸਟੈਂਡ ਤੇ ਖੜੇ ਨੇ। ਔਰ ਇੱਕ ਗੱਲ ਹੋਰ ਵੀ ਹਕੀਕਤ ਹੈ ਕਿ ਪ੍ਰਧਾਨ ਸਾਹਿਬ ਨੇ, ਮਨਜਿੰਦਰ ਸਿੰਘ ਸਿਰਸਾ ਔਰ ਨੇ, ਹਰਮੀਤ ਸਿੰਘ ਕਾਲਕਾ ਨੇ ਕਦੀ ਬਰੀਫ ਕਰਕੇ ਨਹੀਂ ਕਿਹਾ ਸਾਨੂੰ ਜ਼ਬਰਦਸਤੀ ਕਿ ਤੁਸੀਂ ਆਪਣੇ ਸਟੈਂਡ ਤੇ ਅਟਲ ਰਹਿਣਾ ਜਾਂ ਕੁਝ। ਇਹ ਸਾਡੀ ਆਪਣੀ ਵਿਲ ਪਾਵਰ ਹੈ, ਸਾਡੀ ਆਪਣੀ ਇੱਛਾ ਸ਼ਕਤੀ ਕਿ ਅਸੀਂ ਖੜੇ ਆ। ਸੰਗਤ ਨੇ ਸਾਨੂੰ ਇਸ ਸਥਾਨ ਤੇ, ਇਸ ਸੀਟ ਤੇ, ਇਸ ਪਾਰਟੀ ਦੇ ਨਾਲ ਖੜੇ ਹੋਣ ਦਾ ਜਿਹੜਾ ਮੌਕਾ ਦਿੱਤਾ ਹੈ, ਜਿਹੜਾ ਆਸ਼ੀਰਵਾਦ ਦਿੱਤਾ, ਅਸੀਂ ਆਪਣੇ ਉਸੇ ਸਟੈਂਡ ਤੇ ਖੜੇ ਆ। ਅੱਛਾ, ਮੇਰਾ ਇੱਕ ਸਵਾਲ ਹੋਰ ਵੀ ਹੈ, ਤਿੰਨਾਂ ਲੋਕਾਂ ਕੋਲ ਸਵਾਲ ਹੈ। ਬੜੇ ਆਰੋਪ ਲੱਗੇ ਨੇ ਇਸ ਵਾਰੀ, ਬਹੁਤ ਸਾਰੇ ਇਹੋ ਜਿਹੇ ਆਰੋਪ ਲੱਗੇ ਜਿਹੜੇ ਕਿ ਕਦੀ ਦਿੱਲੀ ਕਮੇਟੀ ਦੀ ਚੋਣਾਂ ਹੀ ਦੇਖਣ ਨੂੰ ਨਹੀਂ ਸਨ ਮਿਲੇ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਧਾਰਮਿਕ ਚੋਣਾਂ ਨੇ, ਇਹਨਾਂ 'ਚ ਇਹੋ ਜਿਹੇ ਆਰੋਪ ਹੋਣੇ ਚਾਹੀਦੇ ਨੇ? ਗਿੰਨੀ ਭਾਜੀ ਦੇਖੋ, ਇਹ ਜਿਹੜੇ ਹੋਣੇ ਤੇ ਨਹੀਂ ਚਾਹੀਦੇ, ਐਵੇਂ ਦੀਆਂ ਜਿਹੜੀਆਂ ਗੰਦੀਆਂ ਇਹਨਾਂ ਨੇ ਗੰਦੀ ਸਿਆਸਤ ਕੀਤੀ ਹੈ। ਅਸਲ 'ਚ ਹੁੰਦਾ ਕੀ ਹੈ, ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਨਾ, ਉਹਨਾਂ ਕੋਲ ਕੇਵਲ ਔਰ ਕੇਵਲ ਆਪਣਾ ਕੰਮ ਦੱਸਣ ਲਈ ਹੁੰਦਾ। ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਕਿਸੇ ਦੇ ਕਿੱਚੜ ਉਛਾਲਾਂ। ਮੈਂ ਆਪਣੇ ਕੰਮ ਦੱਸਾਂਗਾ ਕਿ ਮੈਂ ਆਪਣੀ ਕੌਮ ਲਈ ਇਹ ਕੀਤਾ, ਮੈਂ ਆਪਣੀ ਕੌਮ ਲਈ ਇਹ ਕੀਤਾ, ਜਾਂ ਸਾਡੇ ਪ੍ਰਧਾਨ ਨੇ ਆਪਣੀ ਕੌਮ ਲਈ ਇਹ ਕੀਤਾ। ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖਿਆ, ਕਦੀ ਕਿਸਾਨਾਂ ਲਈ ਖੜੇ ਹੁੰਦੇ ਸੀ, ਕਦੀ ਕਿਸੇ ਲਈ, ਮਤਲਬ ਹਰ ਜਗ੍ਹਾ ਸਾਰੇ ਬੰਦੇ ਛੁਡਵਾਏ ਵੀ ਕਿਸਾਨਾਂ ਦੇ। ਹੁਣ ਉਹਨਾਂ ਕੋਲ ਕੁਝ ਦੱਸਣ ਨੂੰ ਤੇ ਹੈ ਨਹੀਂ, ਉਹਨਾਂ ਨੇ ਕੋਈ ਕੰਮ ਹੀ ਨਹੀਂ ਅੱਜ ਤੱਕ ਕੀਤਾ। ਉਹਨਾਂ ਨੇ ਸਿਰਫ ਗੋਲਕਾਂ ਲੁੱਟੀਆਂ, ਕੈਂਡੀਡੇਟ ਉਹਨਾਂ ਨੇ ਠੱਗ ਤੇ ਡਕੈਤ ਬਣਾ ਲਏ। ਉਹਨਾਂ ਕੋਲ ਦੱਸਣ ਲਈ ਕੀ ਸੀ? ਉਹਨਾਂ ਦਾ ਸਿਰਫ ਇਹ ਹੁੰਦਾ ਸੀ ਸਵੇਰੇ ਉੱਠੋ ਤੇ ਕਿੱਚੜ ਉਛਾਲਣਾ ਸ਼ੁਰੂ ਕਰੋ। ਬਿਲਕੁਲ ਠੀਕ ਗੱਲ ਹੈਗੀ ਹੈ। ਮੈਂ ਤੁਹਾਨੂੰ ਇੱਕ ਗੱਲ ਮੈਂ ਦੱਸਣਾ ਚਾਹਾਂਗਾ। ਆਪਣੇ ਕੋਲ ਸਮੇਂ ਦੀ ਘਾਟ ਹੈ, ਮੈਂ ਤਾਂ ਛੇਤੀ ਪੁੱਛ ਰਿਹਾ ਸੀ ਕਿ ਕੀ ਇਸ ਗੱਲ ਤੇ ਤੁਸੀਂ ਸਹਿਮਤ ਹੋ? ਬਿਲਕੁਲ, ਉਹਨਾਂ ਨੇ ਹਰ ਤੀਲੇ ਅਪਣਾਏ ਨੇ ਜੀ। ਦੇਖੋ, ਸਾਡੇ ਪ੍ਰਧਾਨ ਦੇ ਉੱਤੇ ਇੰਨੇ ਵੱਡੇ ਸੰਗੀਨ ਉਹਨਾਂ ਨੇ ਆਰੋਪ ਲਗਾਤੇ, ਲੁੱਕ ਆਊਟ ਨੋਟਿਸ ਲਗਾਤਾ ਹੈਗਾ। ਇਸ ਤੋਂ ਘਟੀਆ ਚਾਲ ਹੋਰ ਕੀ ਹੋ ਸਕਦੀ? ਜਿਨ੍ਹਾਂ ਦੇ ਉੱਤੇ ਇਹਨਾਂ ਦੇ ਗੋਲਕ ਚੋਰੀ ਦੇ ਆਰੋਪ ਨੇ, ਉਹ ਜਿਨ੍ਹਾਂ ਨੇ ਭ੍ਰਸ਼ਟਾਚਾਰ ਕੀਤਾ ਹੈ, ਕਰਪਸ਼ਨ ਕੀਤੀ ਹੈਗੀ ਹੈ, ਬਿਲਡਿੰਗਾਂ ਦੀ ਬਿਲਡਿੰਗਾਂ ਵੇਚ ਕੇ ਚਲੇ ਗਏ, ਸਰਨੇ ਹੋਰੀ ਸਾਰੇ ਆਰੋਪ ਲਗਾ ਗਏ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈਗੀ ਕਿ ਸ਼ੰਟੀ ਨੇ ਸਾਰਾ ਕਵਾੜਾ ਜਿਹੜਾ ਪਾਇਆ ਸੀ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦਾ, ਉਹਨੂੰ ਸੰਗਤ ਨੇ ਉਹਨੂੰ ਮੂੰਹ ਤੋੜ ਦਿੱਤਾ। ਲੱਕੀ ਭਾਈ, ਤੁਸੀਂ ਵੀ ਇਸ ਗੱਲ ਤੇ ਬਿਲਕੁਲ ਖਰੇ ਨਾਲ ਖੜੇ ਹੋ ਜਿਹੜੀ ਇਹ ਗੱਲ ਕਹਿੰਦੇ ਨੇ? ਗਿੰਨੀ ਜੀ ਨੇ ਬਿਲਕੁਲ ਸਹੀ ਗੱਲ ਕਹੀ ਕਿ ਜਿਸ ਬੰਦੇ ਕੋਲ ਕਿਸੇ ਕੰਮ ਹੀ ਨਹੀਂ ਹੈ ਗਿਣਾਉਣ ਵਾਸਤੇ, ਉਹ ਕੀ ਕਹੇਗਾ? ਉਹਨੂੰ ਆਪਣਾ ਕੋਈ ਕੰਮ ਨਹੀਂ ਹੈ, ਉਹਨੂੰ ਇਹ ਨਹੀਂ ਪਤਾ ਮੈਂ ਬੀਜੇਪੀ ਛੱਡ ਕੇ ਅਕਾਲੀ ਦਲ ਹੀ ਚ ਆਇਆ, ਅਕਾਲੀ ਦਲ ਤੋਂ ਬੀਜੇਪੀ ਚਲਾ ਗਿਆ ਤਾਂ ਮੈਂ ਕਿਉਂ ਗਿਆ, ਮੇਰੀ ਕੀ ਉਹ ਹੈਗੀ ਸੀ, ਮੇਰੀ ਕੀ ਸੋਚ ਸੀ, ਮੇਰਾ ਕੀ ਉਹ ਸੀ, ਕੀ ਮੇਰੀ ਸੋਚ ਦਾ ਹੈਗਾ ਜਿਹਦੇ ਤੇ ਮੈਂ ਪੈਰਾ ਦੇ ਰਿਹਾ? ਕੋਈ ਸੋਚ ਨਹੀਂ ਸੀ। ਬਿਲਕੁਲ, ਉਹਨਾਂ ਦੇ ਕੋਲ ਸਿਰਫ ਇਹ ਸੀ ਕਿ ਇਹ ਸੱਚ ਜਿਹੜਾ ਕਿ ਕਿਹਾ ਜਾ ਰਿਹਾ ਸੀ ਕਿ ਕਿਸ ਤਰੀਕੇ ਨਾਲ ਸਾਹਮਣੇ ਆਏ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣਾਂ ਦੇ ਵਿੱਚ ਖਰੀਦੋ ਫਰੋਖਤ ਦੇ ਜਿਹੜੇ ਇਲਜ਼ਾਮ ਲੱਗ ਰਹੇ ਸਨ, ਉਹਨਾਂ ਤੇ ਤਿੰਨੇ ਲੋਕ ਸਹਿਮਤ ਨੇ ਕਿ ਤਿੰਨਾਂ ਨੂੰ ਪਹੁੰਚ ਕੀਤੀ ਗਈ, ਪੈਸੇ ਤੋਂ ਲੈ ਕੇ ਹਰ ਚੀਜ਼ ਦਾ ਲਾਲਚ ਦਿੱਤਾ ਗਿਆ। ਸ਼ਾਇਦ ਗੁਰੂ ਘਰਾਂ ਦੀ ਸੇਵਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਹੈ, ਅਸੀਂ ਗੁਰੂ ਧਾਮਾਂ ਦੀ ਸੇਵਾ ਕਰਨੀ ਹੈ, ਉਹਨਾਂ ਦੇ ਵਿੱਚ ਜੇਕਰ ਇਹੋ ਜਿਹੀਆਂ ਗੱਲਾਂ ਹੋਣ ਤੇ ਬਹੁਤ ਕੁਝ ਸੋਚਣਾ ਪੈਣਾ ਚਾਹੀਦਾ, ਤੇ ਸੋਚਣਾ ਵੀ ਪਏਗਾ, ਕਿਉਂਕਿ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਸਿੱਖ ਸਿਆਸਤ ਜਾਂ ਧਾਰਮਿਕ ਸਿਆਸਤ ਦੀ ਸੱਚਾਈ ਜਾਂ ਚੰਗਿਆਈ ਦੀ ਕਿਵੇਂ ਗੱਲ ਕਰ ਸਕਦੇ ਹਾਂ। ਦਿਓ ਇਜਾਜ਼ਤ, ਧੰਨਵਾਦ।